गुड मॉर्निंग बच्चों। ਆਪਾਂ ਪੇਪਰ 3 +2 ਟੈਕਸੇਸ਼ਨ ਪ੍ਰੈਕਟਿਸ ਦਾ ਫੰਡਾਮੈਂਟਲਸ ਆਫ ਇਨਕਮ ਟੈਕਸ ਦਾ ਚੈਪਟਰ ਕਰ ਰਹੇ ਸੀ। ਚੈਪਟਰ ਦਾ ਨਾਮ ਹੈ ਐਡਵਾਂਸ ਟੈਕਸ। ਆਪਾਂ ਪਿਛਲੀ ਕਲਾਸ ਵਿੱਚ ਕੀ ਕੀਤਾ ਸੀ? ਆਪਾਂ ਪਿਛਲੀ ਕਲਾਸ ਵਿੱਚ ਕੀਤਾ ਸੀ ਉਹਦੀ ਇੰਟਰੋਡਕਸ਼ਨ, ਉਹਦਾ ਮੀਨਿੰਗ ਅਤੇ ਉਹਨੂੰ ਕਿਹੜੇ ਵਿਅਕਤੀ ਜਿਹੜਾ ਐਡਵਾਂਸ ਟੈਕਸ ਹੈਗੇ ਆ ਉਹ ਭਰਦੇ ਹਨ। ਆਪਾਂ ਇੱਕ ਛੋਟਾ ਜਿਹਾ ਰੀਕੈਪ ਲਵਾਂਗੇ। ਆਪਾਂ ਸਭ ਤੋਂ ਪਹਿਲੇ ਕਰਾਂਗੇ ਮੀਨਿੰਗ। ਐਡਵਾਂਸ ਟੈਕਸ ਦਾ ਕੀ ਮਤਲਬ ਸੀ? ਐਡਵਾਂਸ ਟੈਕਸ ਦਾ ਮਤਲਬ ਸੀ ਅਗਰ ਕੋਈ ਵੀ ਵਿਅਕਤੀ 1 ਸਾਲ ਪੈਸਾ ਕਮਾਉਂਦਾ ਵੈ ਅਤੇ ਕੀ ਕਰਦਾ ਵੈ, ਅਗਰ ਉਹਦਾ ਜਿਹੜਾ ਟੈਕਸ ਹੈਗਾ ਵੈ, ਜਿਸ ਸਾਲ ਪੈਸਾ ਕਮਾਉਂਦਾ ਵੈ, ਅਗਰ ਉਹਦਾ ਟੈਕਸ 10,000 ਰੁਪਏ ਤੋਂ ਵੱਧ ਬਣਦਾ ਵੈ ਤਾਂ ਉਸੇ ਸਾਲ ਦੇ ਵਿੱਚ ਉਸ ਵਿਅਕਤੀ ਨੂੰ ਕੀ ਕਰਨਾ ਪਏਗਾ? ਟੈਕਸ ਨੂੰ ਜਮ੍ਹਾਂ ਕਰਾਉਣਾ ਪਏਗਾ। ਲੇਕਿਨ ਪਹਿਲੇ ਕੀ ਹੁੰਦਾ ਸੀ ਕਿ 1 ਸਾਲ ਪੈਸਾ ਕਮਾਉਂਦੇ ਸੀ ਅਤੇ ਅਗਲੇ ਸਾਲ ਟੈਕਸ ਭਰਦੇ ਸੀ। ਲੇਕਿਨ ਐਡਵਾਂਸ ਟੈਕਸ ਵਿੱਚ ਕੀ ਹੈ ਵੈ, ਜਿਸ ਸਾਲ ਆਪਾਂ ਪੈਸੇ ਕਮਾ ਰਹੇ ਹਾਂ, ਜਿਸ ਸਾਲ ਆਪਾਂ ਆਪਣੀ ਆਮਦਨ ਕਮਾ ਰਹੇ ਹਾਂ, ਉਸੇ ਸਾਲ ਦੇ ਵਿੱਚ ਹੀ ਸਾਨੂੰ ਕੀ ਕਰਨਾ ਪਏਗਾ? ਆਪਣਾ ਟੈਕਸ ਜਮ੍ਹਾਂ ਕਰਵਾਉਣਾ ਪਏਗਾ। ਠੀਕ ਹੈ। ਬਸ਼ਰਤ ਕੀ ਹੋਣੀ ਚਾਹੀਦੀ ਹੈ? ਸਭ ਤੋਂ ਪਹਿਲੀ ਸ਼ਰਤ ਕੀ ਹੈ ਕਿ ਉਹ ਜਿਹੜਾ ਟੈਕਸ ਹੈਗਾ ਵਾ ਸਾਡਾ ਸਾਲ ਵਿੱਚ 10,000 ਰੁਪਏ ਤੋਂ ਵੱਧ ਹੋਣਾ ਚਾਹੀਦਾ ਵਾ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕੀਤਾ ਸੀ ਕਿ ਜਿਹੜੇ ਐਡਵਾਂਸ ਟੈਕਸ ਹੈਗਾ ਵਾ ਕਰ ਦਾ ਅਗੇਤਾ ਭੁਗਤਾਨ ਕਿਹੜੇ ਵਿਅਕਤੀ ਕਰਦੇ ਹਨ। ਆਪਾਂ 3 ਪੁਆਇੰਟ ਕੀਤੇ ਸੀ ਇਹਦੇ ਵਿੱਚ। ਪਹਿਲਾ ਪੁਆਇੰਟ ਕੀ ਹੈ? ਪਹਿਲਾ ਪੁਆਇੰਟ ਹੈ ਕਿ ਜਿਸ ਵਿਅਕਤੀ ਦਾ ਜਿਹੜਾ ਟੈਕਸ ਹੈਗਾ ਵਾ 10,000 ਰੁਪਏ ਤੋਂ ਵੱਧ ਹੋਏਗਾ ਉਹ ਕਰੇਗਾ। ਦੂਸਰਾ ਪੁਆਇੰਟ ਇਹ ਹੈਗਾ ਵੈ ਕਿ ਜਿਹੜਾ ਕੀ ਕਹਿੰਦੇ ਸੈਲਰੀ ਇੰਪਲੋਈ ਹੈਗਾ ਵੈ, ਜਿਹਨੂੰ ਕੀ ਮਿਲਦੀ ਪਈ ਹੈ? ਤਨਖਾਹ ਮਿਲਦੀ ਪਈ ਹੈ, ਉਹਦਾ ਜਿਹੜਾ ਐਡਵਾਂਸ ਟੈਕਸ ਨਹੀਂ ਕੱਟਿਆ ਜਾਂਦਾ, ਉਹਦਾ ਕੀ ਕੱਟਿਆ ਜਾਂਦਾ ਵੈ? TDS ਕੱਟਿਆ ਜਾਂਦਾ ਵੈ। ਲੇਕਿਨ ਤੀਸਰਾ ਪੁਆਇੰਟ ਕਹਿੰਦਾ ਵੈ ਕਿ ਅਗਰ ਇਨ ਕੇਸ ਕੋਈ ਵੀ ਵਿਅਕਤੀ ਜਿਹਨੂੰ ਸੈਲਰੀ ਮਿਲਦੀ ਪਈ ਹੈ, ਠੀਕ ਹੈ, ਅਤੇ ਉਹਦੀ ਜਿਹੜੀ ਆਮਦਨ ਸੈਲਰੀ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੋਂ ਹੋ ਰਹੀ ਹੈ, ਸੈਲਰੀ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੋਂ ਅਗਰ ਉਹਨੂੰ ਕੋਈ ਆਮਦਨ ਹੋ ਰਹੀ ਹੈ ਅਤੇ ਅਗਰ ਉਹਦਾ ਜਿਹੜਾ ਟੈਕਸ ਹੈ 10,000 ਰੁਪਏ ਤੋਂ ਵੱਧ ਬਣਦਾ ਵੈ ਤਾਂ ਆਪਾਂ ਕੀ ਕਰਾਂਗੇ? ਉਹਦਾ ਐਡਵਾਂਸ ਟੈਕਸ ਕੱਟਾਂਗੇ। ਅੱਜ ਆਪਾਂ ਅੱਗੇ ਟੌਪਿਕ ਕਰਾਂਗੇ। ਇਹਦਾ ਮਤਲਬ ਹੈ ਇਹ ਜਿਹੜਾ ਟੌਪਿਕ ਹੈ ਬਹੁਤ ਹੀ ਧਿਆਨ ਨਾਲ ਸਮਝਣ ਵਾਲਾ ਹੈਗਾ। ਇਹ ਟੌਪਿਕ ਨੂੰ ਥੋੜ੍ਹਾ ਟਾਈਮ ਲੱਗ ਸਕਦਾ ਵੈ ਅਤੇ ਬੱਚਾ ਪਲੀਜ਼ ਥੋੜ੍ਹਾ ਧਿਆਨ ਨਾਲ ਸੁਣਨਾ। ਇਹ ਟੌਪਿਕ ਹੈਗਾ ਵੈ ਕਰ ਦੇ ਅਗੇਤੇ ਭੁਗਤਾਨ ਦੀ ਸਮਾਂ ਸਾਰਣੀ, ਯਾਨੀ ਕਿ ਆਪਾਂ ਕਿਸ ਟਾਈਮ 'ਤੇ ਆਪਣਾ ਐਡਵਾਂਸ ਟੈਕਸ ਜਮ੍ਹਾਂ ਕਰਾਉਣਾ ਵੈ। ਮੈਂ ਤੁਹਾਨੂੰ ਪਿਛਲੀ ਕਲਾਸ ਵਿੱਚ ਦੱਸਿਆ ਸੀ ਕਿ ਆਪਾਂ ਆਪਣਾ ਟੈਕਸ ਜਮ੍ਹਾਂ ਕਰਾਉਣਾ ਹੁੰਦਾ ਵੈ ਕਿਸ਼ਤਾਂ ਵਿੱਚ। ਠੀਕ ਹੈ ਜੀ। ਆਪਾਂ ਕੀ ਕਰਦੇ ਹਾਂ? ਐਡਵਾਂਸ ਟੈਕਸ ਜਮ੍ਹਾਂ ਕਰਾਉਂਦੇ ਹਾਂ ਕਿਸ਼ਤਾਂ ਵਿੱਚ। ਹੁਣ ਆਪਾਂ ਇਹਦੇ ਵਿੱਚ ਪੜ੍ਹਾਂਗੇ ਕਿ ਕਿਹੜੀ ਕਿਸ਼ਤ ਤੱਕ ਕਿੰਨੇ ਟਾਈਮ ਪੀਰੀਅਡ ਵਿੱਚ ਆਪਾਂ ਆਪਣਾ ਐਡਵਾਂਸ ਟੈਕਸ ਜਮ੍ਹਾਂ ਕਰਵਾਉਣਾ ਵਾ, ਕਿਹੜੇ ਵਿਅਕਤੀ ਕਰਾਉਣਗੇ ਅਤੇ ਕਦੋਂ ਤੱਕ ਉਹਨਾਂ ਨੂੰ ਟੈਕਸ ਜਮ੍ਹਾਂ ਕਰਾਉਣਾ ਪਏਗਾ। ਯਾਨੀ ਕਿ ਕਰ ਦੇ ਅਗੇਤੇ ਭੁਗਤਾਨ ਦੀ ਸਮਾਂ ਸਾਰਣੀ। ਠੀਕ ਹੈ। ਟਾਈਮ ਟੇਬਲ ਫॉर ਐਡਵਾਂਸ ਪੇਮੈਂਟ ਆਫ ਟੈਕਸ। ਠੀਕ ਹੈ ਜੀ। ਹੁਣ ਪਹਿਲਾਂ ਆਪਾਂ ਕਰ ਰਹੇ ਹਾਂ ਇਹ ਜਿਹੜਾ ਚਾਰਟ ਬਣਾਇਆ ਵੈ, ਇਹ ਚਾਰਟ ਕਿਹੜਾ ਅਸੈਸੀ ਹੈਗਾ ਵੈ? ਕੰਪਨੀ। ਅਗਰ ਕੋਈ ਕੰਪਨੀ ਨੇ ਐਡਵਾਂਸ ਟੈਕਸ ਭਰਨਾ ਵੇ, ਤੁਹਾਨੂੰ ਸਭ ਨੂੰ ਪਤਾ ਵੇ ਕੰਪਨੀਜ਼ ਜਿਹੜੀਆਂ ਹੈਗੀਆਂ ਵੇ ਉਹਨਾਂ ਦਾ ਜਿਹੜਾ ਟੈਕਸ ਹੈਗਾ ਵੈ ਹਮੇਸ਼ਾ 10,000 ਤੋਂ ਉੱਪਰ ਹੁੰਦਾ ਵੈ। ਠੀਕ ਹੈ ਜੀ। ਹੁਣ ਕੰਪਨੀ ਨੂੰ ਜਿਹੜਾ ਐਡਵਾਂਸ ਟੈਕਸ ਭਰਨਾ ਪਏਗਾ, ਠੀਕ ਹੈ, ਉਹ ਕਿੰਨਾ ਭਰਨਾ ਪਏਗਾ? ਇਹਦੇ ਵਿੱਚ ਦਿੱਤਾ ਹੋਇਆ ਵੈ ਕਿ 4 ਕੁਆਟਰ ਬਣਾਏ ਹੋਏ ਆ ਉਹਨਾਂ ਨੇ। ਕੀ ਬਣਾਏ ਹੈ? 4 ਕੁਆਟਰ। 4 ਕੁਆਟਰ ਮਤਲਬ 3 ਮਹੀਨਿਆਂ ਦਾ ਇੱਕ ਕੁਆਟਰ ਹੁੰਦਾ ਵੈ। ਸਾਲ ਵਿੱਚ ਕਿੰਨੇ ਮਹੀਨੇ ਹੁੰਦੇ ਆ? 12 ਮਹੀਨੇ ਹੁੰਦੇ ਆ। ਠੀਕ ਹੈ ਜੀ। ਉਹਦੇ ਵਿੱਚ ਕਿੰਨੇ ਕੁਆਟਰ ਹੁੰਦੇ ਆ? 4 ਕੁਆਟਰ ਹੁੰਦੇ ਆ। ਜਿਹੜਾ ਇੱਕ ਕੁਆਟਰ ਹੁੰਦਾ ਵੈ 3 ਮਹੀਨਿਆਂ ਦਾ ਇੱਕ ਕੁਆਟਰ ਹੁੰਦਾ। ਠੀਕ ਹੈ ਬੇਟਾ। ਹੁਣ ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਵੈ? ਉਹਨਾਂ ਨੇ ਕਿਹਾ ਵੈ ਕਿੰਨੀ ਡੇਟ ਤੱਕ ਤੁਹਾਡਾ ਕਿੰਨਾ ਟੈਕਸ ਜਮ੍ਹਾਂ ਹੋ ਜਾਣਾ ਚਾਹੀਦਾ। ਠੀਕ ਹੈ ਜੀ। ਇਹ ਕੀ ਕਹਿੰਦਾ ਵੈ? ਇਹ ਸਾਡਾ ਜਿਹੜਾ ਤੁਹਾਡਾ ਟੇਬਲ ਹੈ, ਇਹ ਟੇਬਲ ਸਾਨੂੰ ਕੀ ਕਹਿੰਦਾ ਵੈ ਕਿ ਸਾਲ ਵਿੱਚ ਤੁਸੀਂ 4 ਮਤਲਬ ਇਹ 4 ਕੁਆਟਰਾਂ ਤੱਕ ਤੁਹਾਡਾ ਅੰਨਾ ਟੈਕਸ ਜਮ੍ਹਾਂ ਹੋਣਾ ਚਾਹੀਦਾ ਵੈ। ਠੀਕ ਹੈ ਬੇਟਾ। ਹੁਣ ਆਪਾਂ ਪਹਿਲੀ ਪੜ੍ਹ ਰਹੇ ਹਾਂ ਆਪਣੇ ਪਹਿਲਾ ਸਾਡਾ ਜਿਹੜਾ ਕਾਲਮ ਹੈਗਾ ਵੈ ਅਗੇਤੇ ਭੁਗਤਾਨ ਦੀ ਕਿਸ਼ਤ। ਠੀਕ ਹੈ ਜੀ। ਦੂਸਰਾ ਹੈਗਾ ਵੈ ਡੇਟ ਮਿਤੀ। ਤੀਸਰਾ ਹੈਗਾ ਵੈ ਕਿ ਸਾਨੂੰ ਕਿੰਨਾ ਟੈਕਸ ਭਰਨਾ ਚਾਹੀਦਾ ਵੈ। ਅਤੇ ਚੌਥਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਬਣਾ ਕੇ ਦਿੱਤੀ ਹੈ ਕਿ ਮਤਲਬ ਮੈਂ ਤੁਹਾਨੂੰ ਇੱਕ ਸਮ ਦੇ ਥਰੂ, ਇੱਕ ਐਗਜ਼ਾਮਪਲ ਦੇ ਥਰੂ ਤੁਹਾਨੂੰ ਦੱਸਾਂਗੀ ਕਿ ਇੱਕ ਕੰਪਨੀ ਨੇ ਕਿਵੇਂ ਟੈਕਸ ਭਰਨਾ ਵੈ। ਸਭ ਤੋਂ ਪਹਿਲੇ ਆਉਂਦੀ ਹੈ ਫਸਟ ਇੰਸਟਾਲਮੈਂਟ। ਠੀਕ ਹੈ ਜੀ। ਪਹਿਲੀ ਕਿਸ਼ਤ ਕੀ ਹੈ? ਪਹਿਲੀ ਕਿਸ਼ਤ ਤੁਹਾਡੀ ਬਣਦੀ ਹੈ 15 ਜੂਨ ਜਾਂ ਉਸ ਤੋਂ ਪਹਿਲਾਂ ਤੱਕ। ਠੀਕ ਹੈ ਜੀ। ਸਾਡਾ ਸਾਲ ਕਦੋਂ ਸ਼ੁਰੂ ਹੁੰਦਾ ਵੈ? April ਤੋਂ ਲੈ ਕੇ 1 April ਤੋਂ ਲੈ ਕੇ 31 ਮਾਰਚ ਤੱਕ। ਇਹ ਸਾਡਾ ਫਾਈਨੈਂਸ਼ੀਅਲ ਈਅਰ ਹੁੰਦਾ ਵੈ। ਠੀਕ ਹੈ ਜੀ। ਹੁਣ ਇਸ ਸਾਲ ਵਿੱਚ ਆਪਾਂ ਕੀ ਕਰ ਰਹੇ ਹਾਂ? ਮਤਲਬ ਤੁਹਾਡੀ 15 ਜੂਨ ਤੱਕ
ਤੁਹਾਡਾ 15% ਆਫ ਟੋਟਲ ਟੈਕਸ, ਤੁਹਾਡਾ ਜਿੰਨਾ ਵੀ ਟੈਕਸ ਬਣਦਾ ਵੈ ਉਹਦਾ 15% ਤੁਹਾਡਾ ਜਮ੍ਹਾਂ ਹੋ ਜਾਣਾ ਚਾਹੀਦਾ ਵੈ। ਠੀਕ ਹੈ ਜੀ, ਇਹ ਹੈਗੀ ਤੁਹਾਡੀ ਪਹਿਲੀ ਕਿਸ਼ਤ। ਮੈਂ ਤੁਹਾਨੂੰ ਪਹਿਲੇ ਇੱਕ ਵਾਰ ਪੜ੍ਹ ਕੇ ਸੁਣਾ ਦਿੰਦੀ ਹਾਂ, ਫਿਰ ਮੈਂ ਤੁਹਾਨੂੰ ਪ੍ਰੋਪਰ ਡੀਪਲੀ ਸਮਝਾਉਂਗੀ ਕਿ ਇਹਨੂੰ ਆਪਾਂ ਕਿਵੇਂ ਕਰਨਾ ਵਾ। ਠੀਕ ਹੈ, ਦੂਸਰਾ ਸਾਡਾ ਮਹੀਨਾ, ਪਹਿਲਾਂ ਦੇਖੋ ਮੇਰੀ ਗੱਲ ਸੁਣੋ, ਪਹਿਲੇ ਤਾਂ ਇਹ ਆਪਾਂ ਦੇਖਦੇ ਹਾਂ ਕਿ ਸਾਡੇ ਜਿਹੜੇ 4 ਕੁਆਟਰ ਹੈ ਉਹ ਬੰਦੇ ਕਿਸ ਤਰ੍ਹਾਂ ਵਾ। ਸਾਡਾ ਪਹਿਲਾ ਕੁਆਟਰ ਕਦੋਂ ਖਤਮ ਹੋਏਗਾ? April May June, ਮਤਲਬ ਕਿ ਪਹਿਲੀ April ਤੋਂ ਲੈ ਕੇ 30 ਜੂਨ ਤੱਕ ਸਾਡਾ ਕੀ ਬਣੇਗਾ? ਪਹਿਲਾ ਕੁਆਟਰ। ਠੀਕ ਹੈ, ਫਿਰ ਉਸ ਤੋਂ ਬਾਅਦ July August September, ਇਹ ਸਾਡਾ ਕਿਹੜਾ ਬਣੇਗਾ? ਦੂਸਰਾ ਕੁਆਟਰ। ਫਿਰ ਸਾਡਾ ਤੀਸਰਾ ਕੁਆਟਰ ਕਿਹੜਾ ਬਣੇਗਾ? October November December। ਤੇ ਚੌਥਾ ਕੁਆਟਰ ਸਾਡਾ ਕਿਹੜਾ ਬਣੇਗਾ? January February March। ਯਾਨੀ ਕਿ ਸਾਡੇ 12 ਮਹੀਨੇ ਪੂਰੇ ਹੋ ਗਏ। ਠੀਕ ਹੈ, 4 ਕੁਆਟਰ ਪੂਰੇ ਹੋ ਗਏ। ਉਹ 4 ਕੁਆਟਰ ਵਿੱਚ ਕੀ ਹੁੰਦਾ ਵੈ? 3 ਮਹੀਨਿਆਂ ਦਾ ਇੱਕ ਕੁਆਟਰ ਮੰਨਿਆ ਜਾਂਦਾ। ਠੀਕ ਹੈ ਜੀ, ਹੁਣ ਕੀ ਕਹਿੰਦਾ ਵੈ? ਉਹ ਕਹਿੰਦਾ ਵੈ ਇਹ ਜਿਹੜਾ ਸਾਡਾ ਪਹਿਲਾ ਕੁਆਟਰ ਹੈ, ਪਹਿਲੇ ਕੁਆਟਰ ਦੀ ਸਾਡੀ ਜਿਹੜੀ ਲਾਸਟ ਡੇਟ ਹੈਗੀ ਆ 15 ਜੂਨ ਤੱਕ ਸਾਡਾ ਕਿੰਨਾ ਟੈਕਸ ਜਮ੍ਹਾਂ ਹੋ ਜਾਣਾ ਚਾਹੀਦਾ ਵੈ? 15% ਤੱਕ ਸਾਡਾ ਜਿੰਨਾ ਸਾਡਾ ਪੂਰਾ ਟੈਕਸ ਬਣਦਾ ਵੈ ਪੂਰੇ ਸਾਲ ਦਾ, ਸਾਡੇ ਪੂਰੇ ਸਾਲ ਦਾ ਜਿੰਨਾ ਵੀ ਟੈਕਸ ਬਣਦਾ ਵੈ 15% ਤੱਕ ਸਾਡਾ ਪੂਰਾ ਹੋ ਜਾਣਾ ਚਾਹੀਦਾ ਵੈ। ਸਾਡਾ ਜਿਹੜਾ ਸੈਕਿੰਡ ਕੁਆਟਰ ਹੈ ਉਹ ਸਾਡਾ ਸੈਕਿੰਡ ਕੁਆਟਰ ਕਦੋਂ ਖਤਮ ਹੁੰਦਾ ਵੈ? ਸੈਪਟੈਂਬਰ ਵਿੱਚ, 30 ਸਤੰਬਰ ਨੂੰ ਖਤਮ ਹੁੰਦਾ ਹੈ। ਲੇਕਿਨ ਸਾਡਾ ਟੈਕਸ ਕਦ ਤੱਕ ਜਮ੍ਹਾਂ ਹੋ ਜਾਣਾ ਚਾਹੀਦਾ ਵੈ? 15 ਸਤੰਬਰ ਜਾਂ ਉਸ ਤੋਂ ਪਹਿਲਾਂ ਤੱਕ ਸਾਡਾ ਕਿੰਨਾ ਜਮ੍ਹਾਂ ਹੋ ਜਾਣਾ ਚਾਹੀਦਾ ਵੈ? 45% ਆਫ ਟੋਟਲ ਟੈਕਸ। ਤੀਸਰਾ ਸਾਡਾ ਕੁਆਟਰ ਕਦੋਂ ਖਤਮ ਹੁੰਦਾ ਵੈ? ਸਾਡਾ ਹੁੰਦਾ October November December, ਯਾਨੀ ਸਾਡਾ ਜਿਹੜਾ ਥਰਡ ਕੁਆਟਰ ਹੈ ਉਹ ਖਤਮ ਹੁੰਦਾ ਵੈ 31 ਦਸੰਬਰ ਨੂੰ। ਲੇਕਿਨ ਸਾਡਾ ਜਿਹੜਾ ਐਡਵਾਂਸ ਟੈਕਸ ਹੈਗਾ ਵੈ ਉਹ ਕਦ ਤੱਕ ਜਮ੍ਹਾਂ ਹੋ ਜਾਣਾ ਚਾਹੀਦਾ ਵੈ? ਉਹ ਹੋ ਜਾਣਾ ਚਾਹੀਦਾ ਵੈ 15 ਦਸੰਬਰ ਜਾਂ ਉਸ ਤੋਂ ਪਹਿਲਾਂ ਤੱਕ। ਕਿੰਨਾ ਟੈਕਸ ਜਮ੍ਹਾਂ ਹੋਣਾ ਚਾਹੀਦਾ ਵੈ? 75% ਆਫ ਟੋਟਲ ਟੈਕਸ। ਠੀਕ ਹੈ ਜੀ, ਚੌਥਾ ਕੁਆਟਰ ਸਾਡਾ ਕਿਹੜਾ ਹੁੰਦਾ ਵੈ? ਜਨਵਰੀ ਫਰਵਰੀ ਮਾਰਚ। ਠੀਕ ਹੈ ਜੀ, ਯਾਨੀ ਕਿ 31 ਮਾਰਚ ਤੱਕ ਖਤਮ ਹੋਣਾ ਚਾਹੀਦਾ ਵੈ। ਲੇਕਿਨ ਸਾਡਾ ਜਿਹੜਾ ਐਡਵਾਂਸ ਟੈਕਸ ਹੈ ਕਦ ਤੱਕ ਜਮ੍ਹਾਂ ਹੋ ਜਾਣਾ ਚਾਹੀਦਾ ਵੈ? 15 ਮਾਰਚ ਤੋਂ ਪਹਿਲਾਂ, ਯਾਨੀ ਕਿ ਲਾਸਟ ਡੇਟ 15 ਮਾਰਚ ਜਾਂ ਉਸ ਤੋਂ ਪਹਿਲੇ ਤੱਕ ਸਾਡਾ ਸਾਰਾ ਦਾ ਸਾਰਾ ਜਿੰਨਾ ਵੀ ਟੈਕਸ ਬਣਦਾ ਵੈ ਉਹ ਸਾਰਾ ਕਦ ਤੱਕ ਹੋ ਜਾਣਾ ਚਾਹੀਦਾ ਵੈ? ਜਮ੍ਹਾਂ 15 ਮਾਰਚ ਤੱਕ। ਠੀਕ ਹੈ ਜੀ, ਇਹ ਪਤਾ ਲੱਗ ਗਿਆ। ਪਹਿਲੇ ਕੁਆਟਰ ਵਿੱਚ ਸਾਡਾ ਕਿੰਨਾ ਟੈਕਸ ਜਮ੍ਹਾਂ ਹੋਣਾ ਚਾਹੀਦਾ ਵੈ? 15%। ਕਿੰਨੀ ਤਰੀਕ ਤੱਕ ਜਮ੍ਹਾਂ ਹੋਣਾ ਚਾਹੀਦਾ? 15 ਜੂਨ ਤੱਕ। ਇਹਦੇ ਵਿੱਚ ਇਹ ਗੱਲ ਯਾਦ ਰੱਖਣਾ, ਜਿਹੜਾ ਕੁਆਟਰ ਦਾ ਆਖਰੀ ਮਹੀਨਾ ਹੁੰਦਾ ਵੈ ਉਹਦੀ 15 ਤਰੀਕ, ਮੋਟਾ। ਠੀਕ ਹੈ ਜੀ, ਜਿਵੇਂ ਪਹਿਲਾ ਕੁਆਟਰ ਸਾਡਾ ਕਦੋਂ ਖਤਮ ਹੁੰਦਾ ਵੈ? ਜੂਨ ਵਿੱਚ, ਉਹਦੀ 15 ਤਰੀਕ। ਸਾਡਾ ਦੂਜਾ ਕੁਆਟਰ ਕਦੋਂ ਖਤਮ ਹੁੰਦਾ ਵੈ? ਸੈਪਟੈਂਬਰ ਵਿੱਚ, ਉਹਦੀ 15 ਤਰੀਕ। ਤੀਸਰਾ ਕੁਆਟਰ ਸਾਡਾ ਖਤਮ ਹੁੰਦਾ ਵੈ ਦਸੰਬਰ ਵਿੱਚ, ਉਹਦੀ 15 ਤਰੀਕ। ਚੌਥਾ ਕੁਆਟਰ ਸਾਡਾ ਖਤਮ ਹੁੰਦਾ ਵੈ 31 ਮਾਰਚ ਨੂੰ, ਉਹਦੀ 15 ਤਰੀਕ। ਸਾਨੂੰ ਇਹ ਗੱਲ ਯਾਦ ਰੱਖਣੀ ਹੈ ਕਿ ਕਿੰਨਾ ਸਾਡਾ ਟੈਕਸ ਜਮ੍ਹਾਂ ਹੋਣਾ ਚਾਹੀਦਾ ਵੈ। ਪਹਿਲੇ ਕੁਆਟਰ ਵਿੱਚ ਸਾਡਾ ਜਮ੍ਹਾਂ ਹੋਣਾ ਚਾਹੀਦਾ 15%, ਦੂਸਰੇ ਵਿੱਚ ਸਾਡਾ ਜਮ੍ਹਾਂ ਹੋਣਾ ਚਾਹੀਦਾ 45%, ਤੀਸਰੇ ਵਿੱਚ ਸਾਡਾ ਜਮ੍ਹਾਂ ਹੋਣਾ ਚਾਹੀਦਾ 75% ਅਤੇ ਚੌਥੇ ਵਿੱਚ ਸਾਡਾ ਜਮ੍ਹਾਂ ਹੋਣਾ ਚਾਹੀਦਾ ਵੈ 100%। ਠੀਕ ਹੈ ਬੇਟਾ, ਇਹ ਆ ਗਿਆ। ਹੁਣ ਮੈਂ ਤੁਹਾਨੂੰ ਸਮਝਾਉਂਦੀ ਹਾਂ ਕਿਸ ਤਰ੍ਹਾਂ ਜਮ੍ਹਾਂ ਕਰਾਉਣਾ। ਠੀਕ ਹੈ ਜੀ, ਹੁਣ ਦੇਖੋ, ਸਪੋਜ਼ ਕਰੋ ਇੱਕ ਕੰਪਨੀ ਦਾ ਇੱਕ ਸਾਲ ਵਿੱਚ, ਉਸ ਸਾਲ ਵਿੱਚ ਟੈਕਸ ਕਿੰਨਾ ਬਣਦਾ ਵਾ? 1 ਲੱਖ ਰੁਪਏ ਦਾ। ਕਿੰਨਾ ਬਣਦਾ ਵਾ? 1 ਲੱਖ ਰੁਪਏ ਦਾ। ਮਤਲਬ ਪਹਿਲੇ 3 ਮਹੀਨੇ ਲੰਘੇ, ਜਿਹੜਾ ਇਹਨਾਂ ਨੇ 15,000 ਰੁਪਏ ਜਮ੍ਹਾਂ ਕਰਾਉਣਾ ਨਾ, ਇਹਨਾਂ ਦੀ ਮਰਜ਼ੀ ਹੈ, ਜਿੱਦਾਂ ਮਰਜ਼ੀ ਜਮ੍ਹਾਂ ਕਰਾਉਣ। ਠੀਕ ਹੈ, ਹੁਣ ਇਹ 3 ਮਹੀਨੇ ਕਿਹੜੇ ਬਣਦੇ ਆ? April ਤੋਂ ਸ਼ੁਰੂ ਹੋਇਆ, April May June। ਠੀਕ ਹੈ ਬੇਟਾ, ਇਹ ਪਹਿਲਾ ਕੁਆਟਰ ਆ ਗਿਆ। ਪਹਿਲੇ ਕੁਆਟਰ ਵਿੱਚ ਉਹਨਾਂ ਨੂੰ ਕਿੰਨਾ ਟੈਕਸ ਜਮ੍ਹਾਂ ਕਰਾਉਣਾ ਚਾਹੀਦਾ ਵੈ? 1 ਲੱਖ ਦਾ 15%। ਟੋਟਲ ਟੈਕਸ ਕਿੰਨਾ ਹੈਗਾ ਵੈ ਸਾਡਾ? 1 ਲੱਖ ਰੁਪਇਆ। ਇਹਦੇ 'ਚ ਆਪਾਂ ਮੰਨਿਆ ਵੈ ਕਿ ਇੱਕ ਕੰਪਨੀ ਦਾ ਟੈਕਸ ਕਿੰਨਾ ਹੈਗਾ ਵੈ? 1 ਲੱਖ ਰੁਪਈਆ। ਜਿਵੇਂ ਆਪਾਂ ਮੈਥਸ ਵਿੱਚ ਸਮ ਕਰਦੇ ਹਾਂ ਨਾ, ਮੰਨ ਲਵੋ, ਇੱਦਾਂ ਹੀ ਆਪਾਂ ਇੱਥੇ ਕਿਹਾ ਵੈ, ਮੰਨ ਲਵੋ ਕਿ ਕੰਪਨੀ ਦਾ ਟੈਕਸ ਕਿੰਨਾ ਬਣਦਾ ਵੈ ਉਸ ਸਾਲ ਵਿੱਚ? 1 ਲੱਖ ਰੁਪਈਆ। ਠੀਕ ਹੈ ਜੀ, 15 ਜੂਨ ਤੱਕ 15% ਆਫ ਟੋਟਲ ਟੈਕਸ, ਯਾਨੀ ਕਿ 1 ਲੱਖ ਰੁਪਏ ਦਾ ਅਗਰ ਆਪਾਂ 15% ਕੱਢਾਂਗੇ ਤਾਂ ਉਹ ਬਣੇਗਾ 15,000 ਰੁਪਏ। ਠੀਕ ਹੈ ਜੀ, ਇਹ ਜਿਹੜੇ 15,000 ਰੁਪਏ ਹੈਗੇ ਹੈ ਕੰਪਨੀ ਦੇ, ਕਦ ਤੱਕ ਜਮ੍ਹਾਂ ਹੋ ਜਾਣੇ ਚਾਹੀਦੇ ਹੈ? 15 ਜੂਨ ਤੱਕ। ਹੁਣ ਤੁਸੀਂ ਕਹੋਗੇ ਕਿ ਮੈਮ ਇਹ ਜਿਹੜਾ 15,000 ਹੈ ਇਕੱਠਾ ਜਮ੍ਹਾਂ ਹੋਣਾ ਚਾਹੀਦਾ ਵੈ। ਠੀਕ ਹੈ, ਕਿ ਇੱਕੋ ਮਤਲਬ ਹਰ ਮਹੀਨੇ ਜਮ੍ਹਾਂ ਹੋਣਾ ਚਾਹੀਦਾ? ਇਹ ਕੰਪਨੀ 'ਤੇ ਡਿਪੈਂਡ ਕਰਦਾ। ਵੈਸੇ ਹੁੰਦਾ ਕੀ ਹੈ, ਲੌਜੀਕਲੀ ਉਹਨਾਂ ਨੂੰ ਹਰ ਮਹੀਨੇ ਜਮ੍ਹਾਂ ਕਰਾ ਦੇਣਾ ਚਾਹੀਦਾ, ਲੇਕਿਨ 15 ਜੂਨ ਤੱਕ ਉਹਨਾਂ ਦਾ ਘੱਟੋ ਘੱਟ 15,000 ਰੁਪਇਆ ਜਮ੍ਹਾਂ ਹੋਣਾ ਬਹੁਤ ਹੀ ਜ਼ਰੂਰੀ ਹੈ। ਠੀਕ ਹੈ ਜੀ, ਲੱਗੀ ਸਮਝ? ਮਤਲਬ April May June, 15 ਜੂਨ ਤੱਕ, ਇਹ 3 ਮਹੀਨਿਆਂ ਦੇ ਅੰਦਰ ਅੰਦਰ ਉਸ ਕੰਪਨੀ ਦਾ ਕਿੰਨਾ ਪੈਸਾ ਜਮ੍ਹਾਂ ਹੋਏਗਾ? 15,000
रुपए। ठीक है जी। उस तो बाद आ जाते हैं आप अपनी सैकेंड इंस्टॉलमेंट ते। सैकेंड इंस्टॉलमेंट आप कद तक भरनी है? आप भरनी है 15 सितंबर तक। किन्नी भरनी है? 45% ऑफ टोटल टैक्स। ठीक है बेटा, पॉइंट बहुत ध्यान नाल समझना है वाला। ये किद्दां करना आपां? ਲੱਖ रुपया साडा टोटल टैक्स है, ਲੱਖ रुपये का 45% अब्बा किता साडा किन्ना बनदा वै? 1 ਲੱਖ नूं गुना किता 45/100, उन्होंने आप करते हैं 45,000 रुपये निकल आते हैं साडे जी। मतलब सानू 15 सितंबर तक कितना पैसा जमा कराना पेगा? 45,000। ठीक है, लेकिन आप 15,000 तो पहले जमा कराता। ठीक है ना, आपा की किता 15,000 रुपया आपा पहले जमा कराता। ਆਪਾਂ ਕੀ करना 15 सितंबर तक साडा पूरे 6 महीनों का 45,000 रुपया जमा होना चाहिए वै। जबकि आप पिछले 3 महीनों का कितना जमा कराया? 15,000। यानी कि 45,000 विचों आप 15,000 पिछले क्वार्टर में जमा करा चुके हैं। इस 3 महीनों में सानू किन्ने पैसे जमा कराने पैणगे? 45,000 माइनस 15,000 = 30,000। यानी कि सानू कितना पैसा जमा कराना पेगा? की कहते हैं जुलाई अगस्त सितंबर के 30,000 रुपया। ठीक है बेटा, समझ आ गया। इस तो बाद साडा आंदा है तीसरा क्वार्टर। तीसरा क्वार्टर आप कद तक पैसे जमा कराने हैं? आप जमा कराने हैं 15 दिसंबर या उस तो पहले पहले। किन्ने जमा कराने हैं? 75% ऑफ टोटल टैक्स। ठीक है, साडा टोटल टैक्स कितना है वा? 1 ਲੱਖ रुपया। ਉਹਦਾ 75% ਕਰਾਂਗੇ, ਯਾਨੀ ਕਿ ਮਲਟੀਪਲਾਈ ਬਾਈ 75 ਡਿਵਾਈਡਡ ਬਾਈ 100 ਈਕੁਅਲਸ ਟੂ ਸਾਡਾ ਕਿੰਨਾ ਆ ਜਾਂਦਾ ਵਾ? 75,000। 75,000 यानी कि दिसंबर तक साडा कितना टैक्स जमा हो जाना चाहिए वै? 75,000। ठीक है, लेकिन आप पहले क्वार्टर किन्ने जमा कराए सी? 15,000। दूसरे क्वार्टर आप किन्ने जमा कराए है? 45,000। ठीक है ना, मतलब दूसरे क्वार्टर आप करवाया टोटल 45,000, यानी कि 30,000 रुपया जमा कराया वै। तुसी की कर सकते हो? 75,000 विचों या तो सीधा 45,000 रुपया माइनस कर दो, या 75,000 विचों आप पहले क्वार्टर किन्ने जमा कराए सी? 15,000, उन्होंने माइनस किया। दूसरे क्वार्टर जमा कराए 30,000, उन्होंने माइनस किया, तो बैलेंस कितना रह गया? थर्ड क्वार्टर साडा रह गया 30,000। ठीक है जी, आप हुण थर्ड क्वार्टर आप किन्ने पैसे जमा करावांगे? 30,000 रुपये। ਹੁਣ आ जाता साडा लास्ट क्वार्टर, यानी कि फोर्थ क्वार्टर। उन्होंने आप कद तक जमा कराने हैं? 15 मार्च तक या उस तो पहला। आप कितना टैक्स जमा कराना? सारा का सारा 100% ऑफ टोटल टैक्स। आप सारा का सारा टैक्स जमा कराना। ठीक है जी, हुण सारा का सारा टैक्स कितना हो गया? 1 ਲੱਖ रुपया। हुण आप पहले क्वार्टर किन्ने पैसे जमा कराए हैं जी? 15,000। दूसरे किन्ने कराए हैं? 30,000। तीसरे किन्ने कराए हैं? 30,000। यानी कि साडा टोटल कितना टैक्स जा चुका आया वै? 75,000 रुपया। यानी कि 1 ਲੱਖ विचों आप पहले 15,000, 30,000, 30,000 माइनस कर देंगे तो साडा बैलेंस कितना रह जाएगा? 25,000। यानी कि सानू 15 मार्च तक किन्ने पैसे जमा कराने पैणगे? 25,000। या तो तुसी ऐदा माइनस कर सकते हो, या तुसी सीधा लै सकते हो कि हाँ भी तीसरे क्वार्टर में साडा कितना पैसा चला गया वै? 75,000 रुपया। ਲੱਖ चो 75,000 माइनस कर दोगे तो तां भी तुहाडा आंसर 25,000 आएगा। लेकिन ये जी मैं तुहानू एग्जाम्पल दी है, मैं तुहानू डिटेल समझाया वै कि हाँ बई कि आपां किद्दां कड्डदे हैगे आ। तुसी वो शॉर्टकट भी ऑप्ट कर सकते हो, बट मैं डिटेल इस करके कराया ताकि तुहानू पता चले कि पहले 1 ਲੱਖ आप पहले क्वार्टर 15,000 जमा कराया सी, दूसरे में आप 30,000 जमा कराया, तो तीसरे में आप 30,000 कराया। इस करके लास्ट आप की करांगे 25,000 रुपया जमा करावांगे। तो तुसीं इन्हां दा टोटल करोगे, यानी कि साडा पूरा 15 मार्च तक एक कंपनी का 100% टैक्स की हो जाएगा? डिपॉजिट हो जाएगा, जमा हो जाएगा सरकार कोल। ਇਹ ਕਿਹੜਾ ਅਸੈਸੀ ਸੀ? ਸਾਡਾ कंपनी असैसी। ठीक है, कंपनी असैसी ने 4 क्वार्टर्स में जमा कराने हैं। पहले तो वो 4 तरीका किहड़ियां हैगियां मैं? पहले क्वार्टर की तरीक हैगी 15 जून, दूसरे की हैगी 15 सितंबर, तीसरे की हैगी 15 दिसंबर, तो चौथे की हैगी 15 मार्च। किन्ने परसेंट तुहाडा टैक्स जमा होना चाहिए? पहले क्वार्टर में तुहाडा 15% तक जमा होना चाहिए वै, दूसरे में 45, तीसरे में 75%, तो चौथे में पूरा का पूरा टैक्स तुहाडा जमा हो जाना चाहिए है। ठीक है बेटा, अज आप सिर्फ यही करांगे टॉपिक। अगर तुहानू यह टॉपिक समझ आ गया, अगे तुहाडे वास्ते हर एक चीज़ बहुत ही ज़्यादा ईजी है। ठीक है, इस क्लास नू, इस टॉपिक नू बहुत अच्छी तरह करना। अगर इन केस किसी बच्चे को कोई प्रॉब्लम आती है, मैनू फ़ोन कर ले, मैनू मैसेज कर दे, मैं दोबारा करवा दूँगी। अदरवाइज़ यह वीडियो में मैं बहुत अच्छी तरह क्लीयर करता हुआ। थैंक यू।